ਹੈਲੋ ਡੀਅਰ ਸਟੂਡੈਂਟਸ, ਹਾਊ ਆਰ ਯੂ? ਹੋਪ ਯੂ ਆਰ ਡੂਇੰਗ ਗੁੱਡ। ਅਸੀਂ ਚੈਪਟਰ ਕਰ ਰਹੇ ਸੀਗੇ ਜੀ ਸੈਮੀ ਕੰਡਕਟਰਸ, ਅਤੇ ਇਸ ਦੇ ਵਿੱਚ ਅਸੀਂ ਪੀ-ਐਨ ਜੰਕਸ਼ਨ ਦੀ ਫੋਰਮੇਸ਼ਨ ਦੀ ਗੱਲ ਕਰ ਚੁੱਕੇ ਹਾਂ। ਪੀ-ਐਨ ਜੰਕਸ਼ਨ ਡਾਇਓਡ ਦੀ ਗੱਲ ਕਰ ਚੁੱਕੇ ਹਾਂ। ਅੱਜ ਅਸੀਂ ਟੌਪਿਕ ਕਰਨਾ ਹੈ ਪੀ-ਐਨ ਜੰਕਸ਼ਨ ਡਾਇਓਡ ਅੰਡਰ ਫਾਰਵਰਡ ਬਾਇਸ ਐਂਡ ਰਿਵਰਸ ਬਾਇਸ। ਤਾਂ ਸਭ ਤੋਂ ਪਹਿਲਾਂ ਤਾਂ ਥੋੜ੍ਹਾ ਜਿਹਾ ਰਿਵਾਈਜ਼ ਕਰਦੇ ਹਾਂ ਜੀ ਕਿ ਪੀ-ਐਨ ਜੰਕਸ਼ਨ ਕਿਸ ਤਰ੍ਹਾਂ ਫੋਰਮ ਕੀਤਾ ਸੀ। ਅਤੇ ਇੱਕ ਪੀ ਟਾਈਪ ਸੈਮੀ ਕੰਡਕਟਰ ਨੂੰ ਅਸੀਂ ਐਨ ਟਾਈਪ ਸੈਮੀ ਕੰਡਕਟਰ ਦੇ ਨਾਲ ਜੁਆਇਨ ਕੀਤਾ ਸੀ ਤਾਂ ਕਿ ਬਾਊਂਡਰੀ 'ਤੇ ਜੋ ਕ੍ਰਿਸਟਲ ਸਟਰਕਚਰ ਹੈ ਉਹ ਕੰਟੀਨਿਊਸ ਹੋਵੇ। ਅਤੇ ਉਸ ਤੋਂ ਬਾਅਦ ਵਿੱਚ ਅਸੀਂ ਦੋ ਚੀਜ਼ਾਂ ਦੀ ਗੱਲ ਕੀਤੀ ਸੀ, ਡਿਫਿਊਜ਼ਨ ਅਤੇ ਡਰਿਫਟ ਆਫ ਚਾਰਜ ਕੈਰੀਅਰਸ। ਅਤੇ ਉਹਦੇ ਕਰਕੇ ਸੈਂਟਰ ਦੇ ਵਿੱਚ ਇੱਕ ਡਿਪਲੀਸ਼ਨ ਲੇਅਰ ਕ੍ਰੀਏਟ ਹੋ ਗਈ ਸੀ ਜਿਹਦੇ ਵਿੱਚ ਪੀ ਵਾਲੀ ਸਾਈਡ 'ਤੇ ਨੈਗੇਟਿਵ ਆਇਨਸ ਹੈ, ਐਨ ਵਾਲੀ ਸਾਈਡ 'ਤੇ ਪੋਜ਼ੀਟਿਵ ਆਇਨਸ ਹੈ। ਮਤਲਬ ਇਸ ਸਾਈਡ 'ਤੇ ਐਕਸੈਪਟਰ ਕੋਰ ਹੈ ਅਤੇ ਇਸ ਸਾਈਡ 'ਤੇ ਡੋਨਰ ਕੋਰ ਹੈ। ਠੀਕ ਹੈ, ਅਤੇ ਡਿਪਲੀਸ਼ਨ ਰੀਜਨ ਕ੍ਰੀਏਟ ਹੋ ਗਿਆ। ਅਤੇ ਉਸ ਤੋਂ ਬਾਅਦ ਵਿੱਚ ਅਸੀਂ ਡਾਇਓਡ ਦਾ ਸਰਕਟ ਸਿੰਬਲ ਵੀ ਦੱਸਿਆ ਸੀ ਕਿ ਇਹ ਸਰਕਟ ਸਿੰਬਲ ਹੈ ਇੱਕ ਟ੍ਰਾਇੰਗਲ ਅਤੇ ਇੱਕ ਸਟ੍ਰੇਟ ਲਾਈਨ। ਅਤੇ ਡਾਇਓਡ ਦਾ ਸਰਕਟ ਸਿੰਬਲ ਹੈ। ਅੱਜ ਅਸੀਂ ਡਾਇਓਡ ਦੀ ਬਾਇਸ ਦੀ ਗੱਲ ਕਰਨੀ ਹੈ। ਤਾਂ ਤੁਹਾਨੂੰ ਦੱਸਿਆ ਸੀ ਕਿ ਬਾਇਸ ਦਾ ਕੀ ਮਤਲਬ ਹੈ। ਬਾਇਸ ਦਾ ਮਤਲਬ ਹੁੰਦਾ ਹੈ ਕਿ ਬੈਟਰੀ ਲਗਾਉਣੀ ਇਸ ਦੇ ਨਾਲ, ਪੋਟੈਂਸ਼ੀਅਲ ਡਿਫਰੈਂਸ ਅਪਲਾਈ ਕਰਨਾ ਤਾਂ ਕਿ ਡਾਇਓਡ ਕੰਡਕਟ ਕਰੇ, ਇਸ ਨੂੰ ਅਸੀਂ ਸਰਕਟ ਦੇ ਵਿੱਚ ਲਗਾ ਸਕੀਏ। ਹੁਣ ਉਹ ਅਸੀਂ ਬੈਟਰੀ ਕਿਸ ਤਰੀਕੇ ਨਾਲ ਲਗਾਉਂਦੇ ਹਾਂ ਇਹਦੇ ਟਰਮੀਨਲਸ ਦੇ ਅਕਰੋਸ, ਤਾਂ ਉਹਦੇ ਵਿੱਚ ਦੋ ਤਰੀਕੇ ਦੀ ਬਾਇਸਿੰਗ ਬਣਦੀ ਹੈ ਜੀ, ਇੱਕ ਫਾਰਵਰਡ ਬਾਇਸ ਅਤੇ ਇੱਕ ਰਿਵਰਸ ਬਾਇਸ। ਪਹਿਲਾਂ ਅਸੀਂ ਫਾਰਵਰਡ ਬਾਇਸ ਦੀ ਗੱਲ ਕਰਾਂਗੇ, ਫਿਰ ਰਿਵਰਸ ਬਾਇਸ ਦੀ ਗੱਲ ਕਰਾਂਗੇ ਅਤੇ ਇਹ ਦੱਸਾਂਗੇ ਕਿ ਫਾਰਵਰਡ ਬਾਇਸ ਅਤੇ ਰਿਵਰਸ ਬਾਇਸ ਦੇ ਵਿੱਚ ਇਹ ਕਿਸ ਤਰ੍ਹਾਂ ਬਿਹੇਵ ਕਰਦਾ। ਤਾਂ ਜਦੋਂ ਤਾਂ ਅਸੀਂ ਜੀ ਜਿਹੜੀ ਪੀ ਸਾਈਡ ਹੈ ਸਾਡੀ ਡਾਇਓਡ ਦੀ, ਇਹ ਟ੍ਰਾਇੰਗਲ ਵਾਲੀ ਸਾਈਡ ਪੀ ਸਾਈਡ ਹੈ, ਇੱਥੇ ਦਾ ਪੀ ਅਤੇ ਐਨ ਕਲੀਅਰ ਹੀ ਹੈ। ਠੀਕ ਹੈ, ਟ੍ਰਾਇੰਗਲ ਵਾਲੀ ਸਾਈਡ ਪੀ ਸਾਈਡ ਹੈ, ਲਾਈਨ ਵਾਲੀ ਸਾਈਡ ਐਨ ਸਾਈਡ ਹੈ। ਜਦੋਂ ਅਸੀਂ ਪੀ ਸਾਈਡ ਨੂੰ ਕਨੈਕਟ ਕਰ ਦਿੰਦੇ ਹਾਂ ਜੀ ਬੈਟਰੀ ਦੇ ਪੋਜ਼ੀਟਿਵ ਟਰਮੀਨਲ, ਪੀ ਸਾਈਡ ਇਜ਼ ਕਨੈਕਟਡ ਟੂ ਦਾ ਪੋਜ਼ੀਟਿਵ ਟਰਮੀਨਲ ਆਫ ਬੈਟਰੀ ਐਂਡ ਐਨ ਸਾਈਡ ਇਜ਼ ਕਨੈਕਟਡ ਟੂ ਦਾ ਨੈਗੇਟਿਵ ਟਰਮੀਨਲ ਆਫ ਬੈਟਰੀ, ਤਾਂ ਉਸ ਨੂੰ ਕਹਿੰਦੇ ਆ ਜੀ ਕਿ ਅਸੀਂ ਫਾਰਵਰਡ ਬਾਇਸ ਕਰਤਾ ਜੀ ਡਾਇਓਡ ਨੂੰ। ਠੀਕ ਹੈ, ਅਤੇ ਇਹ ਫਾਰਵਰਡ ਬਾਇਸ ਦੀ ਡੈਫੀਨੇਸ਼ਨ ਹੈ ਕਿ ਵੈਨ ਪੀ ਸਾਈਡ ਆਫ ਡਾਇਓਡ ਇਜ਼ ਕਨੈਕਟਡ ਟੂ ਪੋਜ਼ੀਟਿਵ, ਬੜਾ ਸਿੰਪਲ ਹੈ, ਪੀ ਟੂ ਪੋਜ਼ੀਟਿਵ ਐਨ ਟੂ ਨੈਗੇਟਿਵ। ਜਦੋਂ ਅਸੀਂ ਪੀ ਸਾਈਡ ਨੂੰ ਕਨੈਕਟ ਕਰ ਦਿੰਦੇ ਹਾਂ ਜੀ ਪੋਜ਼ੀਟਿਵ ਨਾਲ, ਇਹ ਦੇਖੋ ਅਸੀਂ ਬੈਟਰੀ ਅਪਲਾਈ ਕਰਤੀ, ਪੀ ਨੂੰ ਕਨੈਕਟ ਕਰਤਾ ਪੋਜ਼ੀਟਿਵ ਨਾਲ ਅਤੇ ਐਨ ਨੂੰ ਕਨੈਕਟ ਕਰਤਾ ਨੈਗੇਟਿਵ ਨਾਲ। ਤਾਂ ਪੀ ਸਾਈਡ ਦੇ ਵਿੱਚ ਮੈਜੋਰਿਟੀ ਕੈਰੀਅਰਸ ਹੋਲਸ ਹੈ, ਅਤੇ ਬੈਟਰੀ ਮੈਜੋਰਿਟੀ ਕੈਰੀਅਰਸ ਨੂੰ ਪੁਸ਼ ਕਰਦੀ ਹੈ ਟੂਵਰਡਸ ਦਾ ਜੰਕਸ਼ਨ। ਸਪੋਜ਼ ਕਰੋ ਜੇ ਅਸੀਂ ਇਹਦੇ ਵਿੱਚ ਮੈਜੋਰਿਟੀ ਕੈਰੀਅਰਸ ਸ਼ੋ ਕਰਦੇ ਹਾਂ ਹੋਲਸ, ਤਾਂ ਉਹ ਹੋਲਸ ਪੁਸ਼ ਹੁੰਦੀਆਂ ਟੂਵਰਡਸ ਦਾ ਜੰਕਸ਼ਨ। ਅਤੇ ਇਸ ਸਾਈਡ ਦੇ ਇਲੈਕਟ੍ਰੋਨਸ ਆ ਮੈਜੋਰਿਟੀ ਕੈਰੀਅਰਸ, ਤਾਂ ਨੈਗੇਟਿਵ ਜਿਹੜੀ ਪੋਟੈਂਸ਼ੀਅਲ ਹੈ ਉਹ ਇਲੈਕਟ੍ਰੋਨਸ ਨੂੰ ਪੁਸ਼ ਕਰਦੀ ਹੈ ਟੂਵਰਡਸ ਦਾ ਜੰਕਸ਼ਨ, ਅਤੇ ਉਹਨਾਂ ਨੂੰ ਐਨਰਜੀ ਪ੍ਰੋਵਾਈਡ ਕਰਦੀ ਹੈ ਕ੍ਰੋਸ ਕਰਨ ਲਈ। ਤਾਂ ਇਹਦੇ ਨਾਲ ਕੀ ਹੁੰਦਾ ਹੈ ਕਿ ਜੋ ਬੈਰੀਅਰ ਬਣਿਆ, ਬੈਰੀਅਰ ਦੀ ਵੋਲਟੇਜ ਇਸ ਤੋਂ ਆਪੋਜ਼ਿਟ ਸੀਗੀ ਕਿ ਇੱਧਰ ਪੋਜ਼ੀਟਿਵ ਹੈ ਇੱਧਰ ਨੈਗੇਟਿਵ ਹੈ। ਠੀਕ ਹੈ, ਤਾਂ ਇਸ ਨਾਲ ਕੀ ਹੁੰਦਾ ਹੈ ਕਿ ਚਾਰਜ ਕੈਰੀਅਰਸ ਨੂੰ ਐਨਰਜੀ ਮਿਲਦੀ ਹੈ ਕਿ ਉਹ ਬੈਰੀਅਰ ਨੂੰ ਕ੍ਰੋਸ ਕਰਨ। ਠੀਕ ਹੈ, ਅਤੇ ਉਹ ਬੈਰੀਅਰ ਨੂੰ ਕ੍ਰੋਸ ਕਰਦੇ ਹੈ। ਤਾਂ ਡਿਊ ਟੂ ਅਪਲਾਈਡ ਵੋਲਟੇਜ ਇਲੈਕਟ੍ਰੋਨਸ ਫਰੋਮ ਐਨ ਸਾਈਡ ਕ੍ਰੋਸ ਦਾ ਡਿਪਲੀਸ਼ਨ ਲੇਅਰ ਐਂਡ ਰੀਚ ਦਾ ਪੀ ਸਾਈਡ। ਸਿਮਿਲਰਲੀ ਹੋਲਸ ਫਰੋਮ ਦਾ ਪੀ ਸਾਈਡ ਕ੍ਰੋਸ ਦਾ ਜੰਕਸ਼ਨ ਐਂਡ ਰੀਚ ਦਾ ਐਨ ਸਾਈਡ। ਇਹ ਬਹੁਤ ਇੰਪੋਰਟੈਂਟ ਹੈ ਜੀ ਕਿ ਜਿਹੜੀ ਅਸੀਂ ਵੋਲਟੇਜ ਅਪਲਾਈ ਕਰ ਰਹੇ ਹਾਂ, ਠੀਕ ਹੈ, ਉਹਦੇ ਕਰਕੇ ਜੋ ਇਲੈਕਟ੍ਰੋਨਸ ਹੈ ਉਹ ਕ੍ਰੋਸ ਕਰਦੇ ਆ ਫਰੋਮ ਦਾ ਐਨ ਸਾਈਡ ਆਫ ਦਾ ਡਿਪਲੀਸ਼ਨ ਰੀਜਨ ਟੂ ਦਾ ਪੀ ਸਾਈਡ, ਅਤੇ ਹੋਲਸ ਕ੍ਰੋਸ ਕਰਦੀਆਂ ਸਿਮਿਲਰਲੀ ਫਰੋਮ ਦਾ ਪੀ ਸਾਈਡ ਆਫ ਦਾ ਜੰਕਸ਼ਨ ਅਤੇ ਰੀਚ ਦਾ ਐਨ ਸਾਈਡ। ਠੀਕ ਹੈ, ਅਤੇ ਉਹਦੇ ਨਾਲ ਕੀ ਹੁੰਦਾ ਜੀ ਫਿਰ ਕਰੰਟ ਫਲੋ ਕਰਦਾ। ਠੀਕ ਹੈ, ਇਸ ਪ੍ਰੋਸੈਸ ਨੂੰ ਇੱਥੇ ਇਹਨਾਂ ਨੇ ਇੱਕ ਨਾਮ ਦਿੱਤਾ ਜੀ ਮਾਈਨੋਰਿਟੀ ਕੈਰੀਅਰਸ ਇੰਜੈਕਸ਼ਨ। ਠੀਕ ਹੈ, ਕਿਉਂਕਿ ਜਦੋਂ ਇਲੈਕਟ੍ਰੋਨ ਇੱਧਰੋਂ ਇੱਧਰ ਆ ਜਾਏਗਾ ਤਾਂ ਇੱਧਰ ਆ ਕੇ ਉਹ ਮਾਈਨੋਰਿਟੀ ਕੈਰੀਅਰ ਹੋਏਗਾ, ਹੋਲ ਇੱਧਰੋਂ ਇੱਧਰ ਆ ਜਾਏਗੀ ਤਾਂ ਉਹ ਮਾਈਨੋਰਿਟੀ ਕੈਰੀਅਰ ਹੋਏਗੀ। ਤਾਂ ਇਸ ਸਾਰੇ ਪੈਰਾਗ੍ਰਾਫ ਦੇ ਵਿੱਚ ਸਮਝਾਇਆ ਗਿਆ ਮਾਈਨੋਰਿਟੀ ਕੈਰੀਅਰ ਇੰਜੈਕਸ਼ਨ। ਠੀਕ ਹੈ, ਕਿ ਮਾਈਨੋਰਿਟੀ ਕੈਰੀਅਰਸ ਇੰਜੈਕਟ ਹੋਏ ਹੈ, ਅਤੇ ਇੱਥੇ ਡਾਇਗਰਾਮ ਦੇ ਵਿੱਚ ਸ਼ੋ ਵੀ ਕੀਤਾ ਗਿਆ ਕਿ ਇੱਧਰੋਂ ਜਿਹੜੀਆਂ ਹੋਲਸ ਇੱਧਰ ਆਉਂਦੀਆਂ ਤਾਂ ਉਹ ਮਾਈਨੋਰਿਟੀ ਕੈਰੀਅਰਸ ਹੈ, ਇੰਜੈਕਟਡ ਹੋਲਸ। ਇੱਧਰੋਂ ਇਲੈਕਟ੍ਰੋਨਸ ਜਿਹੜੇ ਇੱਧਰ ਆਉਂਦੇ ਆ ਬੈਟਰੀ ਕਰਕੇ ਉਹ ਸ਼ੋ ਕੀਤੇ ਗਏ ਆ ਇੰਜੈਕਟਡ ਇਲੈਕਟ੍ਰੋਨਸ, ਬਟ ਨੋ ਨੀਡ ਟੂ ਸ਼ੋ ਆਈ ਥਿੰਕ ਦਿਸ ਡਾਇਗਰਾਮ। ਉੱਪਰਲੀ ਡਾਇਗਰਾਮ ਜਿਹੜੀ ਉਹ ਸਫੀਸ਼ੀਐਂਟ ਹੈ ਸਾਰੀਆਂ ਚੀਜ਼ਾਂ ਨੂੰ ਐਕਸਪਲੇਨ ਕਰਨ ਲਈ। ਦੇਖੋ ਜਦੋਂ ਸਾਡੀ ਵੋਲਟੇਜ ਲੋ ਹੈ, ਜੋ ਅਸੀਂ ਵੋਲਟੇਜ ਅਪਲਾਈ ਕੀਤੀ ਹੈ, ਜਦੋਂ ਉਹਦੀ ਵੈਲਿਊ ਬੈਰੀਅਰ ਤੋਂ ਘੱਟ ਹੈ, ਜੋ ਅਸੀਂ ਬੈਰੀਅਰ ਅਪਲਾਈ ਕੀਤਾ, ਤਾਂ ਜੋ ਚਾਰਜ ਕੈਰੀਅਰਸ ਹੋਣਗੇ ਉਹਨਾਂ ਕਰਕੇ ਲੈਸ ਕਰੰਟ ਫਲੋ ਕਰੇਗਾ ਕਿਉਂਕਿ ਉਹ ਬੈਰੀਅਰਸ ਨੂੰ ਕ੍ਰੋਸ ਕਰਨ ਲਈ ਉਹਨਾਂ ਨੂੰ ਐਨਰਜੀ ਚਾਹੀਦੀ ਹੈ। ਤਾਂ ਦੇਖੋ ਕੀ ਹੋ ਰਿਹਾ ਜੀ ਕਿ ਜਦੋਂ ਬੈਟਰੀ
ਪੁਸ਼ ਕਰਦੀ ਹੈ ਹੋਲਸ ਨੂੰ, ਮੈਜੋਰਿਟੀ ਚਾਰਜ ਕੈਰੀਅਰਸ ਨੂੰ, ਇੱਧਰੋਂ ਇਲੈਕਟ੍ਰੋਨਸ ਨੂੰ ਪੁਸ਼ ਕਰਦੀ ਹੈ, ਤਾਂ ਉਹਦੇ ਕਰਕੇ ਬੈਰੀਅਰ ਦੀ ਵਿਡਥ ਰਿਡਿਊਸ ਹੋ ਜਾਂਦੀ ਹੈ। ਦੇਖੋ ਪਹਿਲਾਂ ਅਸੀਂ ਦੋ ਲੇਅਰਸ ਸ਼ੋਅ ਕੀਤੀਆਂ ਸੀ, ਨੈਗੇਟਿਵ ਦੀਆਂ, ਦੋ ਪੋਜ਼ੀਟਿਵ ਦੀਆਂ, ਤਾਂ ਹੁਣ ਬੈਰੀਅਰ ਦੀ ਵਿਡਥ ਰਿਡਿਊਸ ਹੋ ਗਈ, ਠੀਕ ਹੈ, ਵਿਡਥ ਡਿਕਰੀਜ਼ ਹੋ ਰਹੀ ਹੈ। ਤਾਂ ਉਹਦੇ ਕਰਕੇ ਚਾਰਜ ਕੈਰੀਅਰਸ ਜਿਹੜੇ ਹੈ ਈਜ਼ੀਲੀ ਬੈਰੀਅਰ ਨੂੰ ਕ੍ਰੋਸ ਕਰ ਸਕਦੇ ਆ। ਚਾਰਜ ਕੈਰੀਅਰਸ ਨੂੰ, ਮੈਜੋਰਿਟੀ ਚਾਰਜ ਕੈਰੀਅਰਸ ਨੂੰ ਕੌਣ ਐਨਰਜੀ ਪ੍ਰੋਵਾਈਡ ਕਰ ਰਿਹਾ ਹੈ? ਬੈਟਰੀ ਐਨਰਜੀ ਪ੍ਰੋਵਾਈਡ ਕਰ ਰਹੀ ਹੈ। ਜੇ ਬੈਟਰੀ ਦੀ ਅਪਲਾਈ ਕੀਤੀ ਗਈ ਵੋਲਟੇਜ ਬੈਰੀਅਰ ਦੀ ਹਾਈਟ ਤੋਂ ਘੱਟ ਹੈ, ਮਤਲਬ ਜੋ ਪੋਟੈਂਸ਼ੀਅਲ ਬੈਰੀਅਰ ਹੈ ਉਸ ਦੀ ਜੋ ਵੋਲਟੇਜ ਹੈ ਉਸ ਤੋਂ ਘੱਟ ਹੈ, ਤਾਂ ਬਹੁਤ ਘੱਟ ਚਾਰਜ ਕੈਰੀਅਰਸ ਜਿਹੜੇ ਆ ਉਸ ਨੂੰ ਕ੍ਰੋਸ ਕਰਨਗੇ ਜੰਕਸ਼ਨ ਨੂੰ। ਅਤੇ ਜੇ ਸਾਡੀ ਅਪਲਾਈਡ ਵੋਲਟੇਜ ਜੋ ਹੈ ਉਹ ਬੈਰੀਅਰ ਦੀ ਹਾਈਟ ਤੋਂ, ਬੈਰੀਅਰ ਦੀ ਪੋਟੈਂਸ਼ੀਅਲ ਹਾਈਟ ਤੋਂ ਜ਼ਿਆਦਾ ਹੈ, ਬੈਰੀਅਰ ਹਾਈਟ ਤੋਂ ਜ਼ਿਆਦਾ ਹੈ, ਤਾਂ ਫਿਰ ਬਹੁਤ ਜ਼ਿਆਦਾ ਐਨਰਜੀ ਕੈਰੀਅਰਸ ਉਸ ਨੂੰ ਕ੍ਰੋਸ ਕਰਨਗੇ ਅਤੇ ਲਾਰਜ ਅਮਾਊਂਟ ਆਫ ਕਰੰਟ ਫਲੋ ਕਰੇਗਾ। ਇਹਦੇ ਕਰਕੇ ਜੀ ਕੀ ਹੋਏਗਾ ਕਿ ਇਲੈਕਟ੍ਰੋਨ ਅਤੇ ਹੋਲਸ ਦੋਨੋਂ ਇੱਕ ਰੋਲ ਪਲੇ ਕਰਨਗੇ। ਦੇਖੋ ਜਿਹੜੀਆਂ ਹੋਲਸ ਇੱਧਰੋਂ ਇੱਧਰ ਜਾਣਗੀਆਂ ਜੀ ਜੰਕਸ਼ਨ ਨੂੰ ਕ੍ਰੋਸ ਕਰਕੇ, ਠੀਕ ਹੈ, ਉਹਦੇ ਵਾਸਤੇ ਬੈਟਰੀ ਦਾ ਨੈਗੇਟਿਵ ਟਰਮੀਨਲ ਇਲੈਕਟ੍ਰੋਨ ਸਪਲਾਈ ਕਰੇਗਾ ਅਤੇ ਉਹ ਇਲੈਕਟ੍ਰੋਨਸ ਨੂੰ ਨਿਊਟਰਲਾਈਜ਼ ਕਰਨਗੀਆਂ ਹੋਲਸ, ਠੀਕ ਹੈ। ਜਿੰਨੇ ਇਲੈਕਟ੍ਰੋਨਸ ਇੱਧਰੋਂ ਇੱਧਰ ਕ੍ਰੋਸ ਕਰਨਗੇ ਉਹ ਬੈਟਰੀ ਦੇ ਪੋਜ਼ੀਟਿਵ ਟਰਮੀਨਲ ਦੁਆਰਾ ਅਟਰੈਕਟ ਹੋ ਜਾਣਗੇ, ਸਵੀਪ ਹੋ ਜਾਣਗੇ, ਮਤਲਬ ਖਿੱਚ ਲਏ ਜਾਣਗੇ, ਤਾਂ ਸਰਕਟ ਪੂਰਾ ਹੋ ਜਾਏਗਾ। ਤਾਂ ਡਾਇਓਡ ਦੇ ਅੰਦਰ ਕੀ ਹੋਏਗਾ ਕਿ ਇਲੈਕਟ੍ਰੋਨ ਅਤੇ ਹੋਲਸ ਦੋਨੋਂ ਰਿਸਪੋਂਸੀਬਲ ਹੈ ਕਰੰਟ ਲਈ, ਅਤੇ ਆਊਟਸਾਈਡ ਸਰਕਟ ਦੇ ਵਿੱਚ ਸਿਰਫ ਇਲੈਕਟ੍ਰੋਨਸ ਨਾਲ ਹੀ ਕਰੰਟ ਫਲੋ ਕਰਨਾ, ਕਿਉਂਕਿ ਉਹ ਤਾਂ ਕੰਡਕਟਰ ਹੈ ਨਾ। ਤਾਂ ਇਹੀ ਗੱਲ ਇੱਥੇ ਸਮਝਾਈ ਗਈ ਹੈ ਜੀ, ਟੋਟਲ ਡਾਇਓਡ ਫਾਰਵਰਡ ਕਰੰਟ ਇਜ਼ ਸਮ ਆਫ ਦਾ ਹੋਲ ਕਰੰਟ ਐਂਡ ਕਨਵੈਂਸ਼ਨਲ ਕਰੰਟ ਡਿਊ ਟੂ ਇਲੈਕਟ੍ਰੋਨ ਡਿਫਿਊਜ਼ਨ, ਠੀਕ ਹੈ। ਹੋਲ ਡਿਫਿਊਜ਼ਨ ਅਤੇ ਇਲੈਕਟ੍ਰੋਨ ਡਿਫਿਊਜ਼ਨ ਨਾਲ ਜਿਹੜਾ ਕਰੰਟ ਫਲੋ ਕਰੇਗਾ, ਦੋਨਾਂ ਕਰਕੇ, ਸਮਝ ਲੱਗ ਗਈ ਜੀ, ਤਾਂ ਹੋਲਸ ਅਤੇ ਇਲੈਕਟ੍ਰੋਨਸ ਦੋਨਾਂ ਕਰਕੇ ਉਹ ਕਰੰਟ ਫਲੋ ਕਰੇਗਾ। ਤਾਂ ਮੈਗਨੀਟਿਊਡ ਆਫ ਕਰੰਟ ਇਜ਼ ਯੂਜ਼ਲੀ ਇਨ ਮਿਲੀ ਐਂਪੀਅਰਸ, ਤਾਂ ਉਹ ਮਿਲੀ ਐਂਪੀਅਰ ਦੇ ਵਿੱਚ ਹੁੰਦਾ, ਠੀਕ ਹੈ। ਨੈਕਸਟ ਟੌਪਿਕ ਹੈ ਜੀ ਪੀਐਨ ਜੰਕਸ਼ਨ ਡਾਇਓਡ ਅੰਡਰ ਰਿਵਰਸ ਬਾਇਸ, ਕਿ ਅਸੀਂ ਜੇ ਰਿਵਰਸ ਬਾਇਸ ਦੀ ਗੱਲ ਕਰਨੀ ਹੈ ਤਾਂ ਰਿਵਰਸ ਬਾਇਸ ਬਿਲਕੁਲ ਸਿੰਪਲ ਹੈ ਜੀ, ਅਸੀਂ ਡਾਇਓਡ ਨੂੰ ਰਿਵਰਸ ਦੇ ਵਿੱਚ ਕਨੈਕਟ ਕਰ ਦਿੰਦੇ ਹਾਂ। ਦੇਖੋ ਪੀ ਸਾਈਡ ਨੂੰ ਅਸੀਂ ਕਨੈਕਟ ਕਰਦੇ ਹਾਂ ਨੈਗੇਟਿਵ ਟਰਮੀਨਲ ਆਫ ਬੈਟਰੀ ਨਾਲ, ਅਤੇ ਐਨ ਸਾਈਡ ਨੂੰ ਕਨੈਕਟ ਕਰਦੇ ਹਾਂ ਪੋਜ਼ੀਟਿਵ ਟਰਮੀਨਲ ਆਫ ਬੈਟਰੀ ਨਾਲ। ਕਿ ਵੈਨ ਐਕਸਟਰਨਲ ਵੋਲਟੇਜ ਇਜ਼ ਅਪਲਾਈਡ ਇਨ ਸਚ ਅ ਵੇ ਦੈਟ ਦਾ N side is connected to the positive and P side is negative, ਤਾਂ it is called reverse biased। ਸਮਝ ਲੱਗ ਗਈ ਜੀ। ਤਾਂ ਹੁਣ ਇਹਦੇ ਵਿੱਚ ਕੀ ਹੁੰਦਾ ਹੈ ਕਿ ਅਸੀਂ ਬੈਰੀਅਰ ਨੂੰ ਸਪੋਰਟ ਕਰ ਰਹੇ ਹਾਂ, ਕਿ ਅਸੀਂ ਬੈਰੀਅਰ ਵਾਲੀ ਡਾਇਰੈਕਸ਼ਨ ਦੇ ਵਿੱਚ ਹੀ ਵੋਲਟੇਜ ਅਪਲਾਈ ਕੀਤੀ ਹੈ। ਦ ਡਾਇਰੈਕਸ਼ਨ ਆਫ ਅਪਲਾਈਡ ਵੋਲਟੇਜ ਇਜ਼ ਸੇਮ ਐਜ਼ ਦੈਟ ਆਫ ਦਾ ਬੈਰੀਅਰ ਪੋਟੈਂਸ਼ੀਅਲ, ਠੀਕ ਹੈ। ਤਾਂ ਉਹਦੇ ਕਰਕੇ ਜਿਹੜੀ ਬੈਰੀਅਰ ਦੀ ਹਾਈਟ ਹੈ ਉਹ ਹੋਰ ਇਨਕਰੀਜ਼ ਹੋ ਜਾਂਦੀ ਹੈ, ਕਿ ਅਸੀਂ ਬੈਰੀਅਰ ਨੂੰ ਸਪੋਰਟ ਕਰ ਰਹੇ ਹਾਂ, ਅਤੇ ਬੈਰੀਅਰ ਜਿਹੜਾ ਹੈ ਉਹ ਵਾਈਡ ਹੋ ਜਾਂਦਾ ਹੈ, ਠੀਕ ਹੈ ਜੀ। ਮੈਂ ਤੁਹਾਨੂੰ ਦੇਖੋ ਐਕਸਪਲੇਨ ਕਰਦਾ। ਅਤੇ ਦੇਖੋ ਜੀ ਇਹ ਸਿਚੁਏਸ਼ਨ ਬਣਦੀ ਹੈ ਕਿ ਇਸ ਸਾਈਡ 'ਤੇ ਨੈਗੇਟਿਵ ਸੀ ਬੈਰੀਅਰ ਕਰਕੇ, ਇਸ ਸਾਈਡ 'ਤੇ ਪੋਜ਼ੀਟਿਵ ਸੀਗਾ, ਅਤੇ ਅਸੀਂ ਬੈਟਰੀ ਵੀ ਉਸੇ ਤਰੀਕੇ ਨਾਲ ਲਗਾਤੀ, ਪੀ ਨੂੰ ਕਨੈਕਟ ਕਰਤਾ ਨੈਗੇਟਿਵ ਨਾਲ ਅਤੇ ਐਨ ਨੂੰ ਕਨੈਕਟ ਕਰਤਾ ਪੋਜ਼ੀਟਿਵ ਨਾਲ। ਤਾਂ ਅਸੀਂ ਬੈਰੀਅਰ ਨੂੰ ਸਗੋਂ ਸਪੋਰਟ ਕਰ ਰਹੇ ਹਾਂ, ਤਾਂ ਬੈਰੀਅਰ ਜਿਹੜਾ ਉਸ ਦੀ ਵਿਡਥ ਇਨਕਰੀਜ਼ ਹੋ ਜਾਂਦੀ ਹੈ, ਠੀਕ ਹੈ। ਕਿਉਂਕਿ ਜੋ ਮੈਜੋਰਿਟੀ ਕੈਰੀਅਰਸ ਹੈ ਹੁਣ ਉਹ ਇਸ ਸਾਈਡ ਵੱਲ ਪੁੱਲ ਹੋ ਰਹੇ ਹੈ, ਠੀਕ ਹੈ, ਇਲੈਕਟ੍ਰੋਨ ਇਸ ਸਾਈਡ ਵੱਲ ਪੁੱਲ ਹੋ ਰਿਹਾ ਹੈ। ਤਾਂ ਹੁਣ ਉਹ ਬੈਰੀਅਰ ਨੂੰ ਕ੍ਰੋਸ ਕਰਨ ਦੀ ਬਿਲਕੁਲ ਹੀ ਜਿਹੜੀ ਹੈ ਉਹਨਾਂ ਦੇ ਚਾਂਸਿਸ ਜਿਹੜੇ ਆ ਉਹ ਰਿਡਿਊਸ ਹੋ ਜਾਂਦੇ ਆ, ਠੀਕ ਹੈ। ਤਾਂ ਮੈਜੋਰਿਟੀ ਕੈਰੀਅਰਸ ਇਸ ਨੂੰ ਕ੍ਰੋਸ ਨਹੀਂ ਕਰ ਸਕਣਗੇ, ਠੀਕ ਹੈ। ਹੁਣ ਗੱਲ ਰਹੇਗੀ ਜੀ ਮਾਈਨੋਰਿਟੀ ਕੈਰੀਅਰਸ ਦੀ, ਕਿ ਮਾਈਨੋਰਿਟੀ ਕੈਰੀਅਰਸ ਕੀ ਰੋਲ ਪਲੇ ਕਰਨਗੇ। ਤਾਂ ਮਾਈਨੋਰਿਟੀ ਕੈਰੀਅਰਸ ਦਾ ਇੱਥੇ ਬਹੁਤ ਇੰਪੋਰਟੈਂਟ ਰੋਲ ਹੈ ਜੀ। ਦੇਖੋ ਜੋ ਇਸ ਸਾਈਡ 'ਤੇ ਇਲੈਕਟ੍ਰੋਨ ਹੈ, ਠੀਕ ਹੈ, ਉਹ ਹੁਣ ਇਸ ਸਾਈਡ ਵੱਲ ਅਟਰੈਕਟ ਹੋਏਗਾ, ਕਿਉਂਕਿ ਪਹਿਲਾਂ ਵੀ ਇਹ ਪੋਜ਼ੀਟਿਵ ਨੂੰ ਅਟਰੈਕਟ ਕਰ ਰਹੇ ਸੀ, ਤੁਸੀਂ ਹੋਰ ਇੱਧਰ ਪੋਜ਼ੀਟਿਵ ਲਗਾਤਾ, ਅਤੇ ਜਿਹੜੀ ਇੱਧਰ ਹੋਲ ਹੈ ਮਾਈਨੋਰਿਟੀ ਕੈਰੀਅਰ ਉਹ ਇਸ ਸਾਈਡ ਵੱਲ ਅਟਰੈਕਟ ਹੋਏਗੀ। ਤਾਂ ਮਾਈਨੋਰਿਟੀ ਕੈਰੀਅਰਸ ਕਰਕੇ ਸਮਾਲ ਅਮਾਊਂਟ ਆਫ ਕਰੰਟ ਫਲੋ ਕਰੇਗਾ। ਬਟ ਆਪਾਂ ਨੂੰ ਇੱਕ ਚੀਜ਼ ਪਤਾ ਹੈ ਬਹੁਤ ਇੰਪੋਰਟੈਂਟ, ਜਿਹੜੀ ਕਿ ਧਿਆਨ ਨਾਲ ਸੁਣੋ, ਮਾਈਨੋਰਿਟੀ ਕੈਰੀਅਰਸ ਦੀ ਜਿਹੜੀ ਕੌਨਸਨਟ੍ਰੇਸ਼ਨ ਹੈ ਉਹ ਕਾਹਦੇ 'ਤੇ ਡਿਪੈਂਡ ਕਰਦੀ ਹੈ? ਟੈਂਪਰੇਚਰ 'ਤੇ। ਉਹ ਤਾਂ ਬੈਟਰੀ 'ਤੇ ਡਿਪੈਂਡੈਂਟ ਹੈ ਹੀ ਨਹੀਂ, ਠੀਕ ਹੈ ਨਾ। ਤਾਂ ਫਿਰ ਜੇ ਅਸੀਂ ਬੈਟਰੀ ਦੀ ਵੋਲਟੇਜ ਇਨਕਰੀਜ਼ ਵੀ ਕਰਦੇ ਜਾਵਾਂਗੇ ਤਾਂ ਜਿਹੜਾ ਕਰੰਟ ਹੈ ਉਹ ਸੇਮ ਰਹੇਗਾ, ਉਹਦੇ ਵਿੱਚ ਚੇਂਜ ਨਹੀਂ ਆਏਗੀ। ਬਹੁਤ ਸਮਾਲ ਅਮਾਊਂਟ ਆਫ ਕਰੰਟ ਫਲੋ ਕਰੇਗਾ, ਦੈਟ ਇਜ਼ ਇਨ ਮਾਈਕਰੋ ਐਂਪੀਅਰਸ, ਬਟ ਉਹ ਚੇਂਜ ਨਹੀਂ ਕਰੇਗਾ ਬੈਟਰੀ ਦੇ ਨਾਲ, ਠੀਕ ਹੈ ਜੀ। ਤਾਂ ਇਹ ਗੱਲ ਸਮਝਣ ਵਾਲੀ ਹੈ ਇੱਥੇ। ਤਾਂ ਦੇਖੋ ਜੀ ਇੱਥੇ ਸਮਝਾਇਆ ਗਿਆ ਹੈ ਕਿ ਜਦੋਂ ਅਸੀਂ ਰਿਵਰਸ ਬਾਇਸ ਕਰਦੇ ਹਾਂ ਤਾਂ ਰਿਵਰਸ ਬਾਇਸ ਕੀ ਕਰੇਗਾ ਜੀ, ਦਿਸ ਸਪਰੈਸਿਸ ਮਤਲਬ ਘਟਾ ਦਿੰਦਾ ਹੈ ਜੀ ਫਲੋ ਆਫ ਇਲੈਕਟ੍ਰੋਨਸ ਫਰੋਮ N to P, ਮਤਲਬ ਮੈਜੋਰਿਟੀ ਕੈਰੀਅਰਸ ਐਂਡ ਹੋਲਸ ਫਰੋਮ P to N, ਠੀਕ ਹੈ। ਤਾਂ ਜੋ ਡਿਫਿਊਜ਼ਨ ਕਰੰਟ ਹੈ ਉਹ ਬਿਲਕੁਲ ਹੀ ਡਿਕਰੀਜ਼ ਹੋ ਜਾਏਗਾ ਐਜ਼ ਕੰਪੇਅਰ ਟੂ ਫਾਰਵਰਡ ਬਾਇਸ। ਬਟ ਰਿਵਰਸ ਬਾਇਸ ਦੇ ਵਿੱਚ ਕੀ ਹੋਏਗਾ
कि माइनॉरिटी कैरियर्स एक इंपॉर्टेंट रोल प्ले करनगे तो उन्हां करके जो एक माइक्रो एम्पीयर दे विच करंट है वो फ्लो करेगा। ठीक है जी। सो डायोड रिवर्स करंट इज़ नॉट मच डिपेंडेंट ऑन अप्लाइड वोल्टेज, वो वोल्टेज से डिपेंड नहीं होएगा। स्मॉल अमाउंट ऑफ वोल्टेज इज़ रिक्वायर्ड टू स्वीप द माइनॉरिटी कैरियर्स फ्रॉम वन साइड ऑफ जंक्शन टू द अनदर साइड। हुण माइनॉरिटी कैरियर्स तो पहले ही अट्रैक्ट हो रहे सी, ठीक है ना, तो हुण बड़ी ईजीली वो अट्रैक्ट हो जाएंगे। बट माइनॉरिटी कैरियर्स की गिनती जी वो टैंपरेचर डिपेंडेंट है, तो माइनॉरिटी कैरियर्स ने जो अट्रैक्ट होना है उनके वास्ते कितनी वोल्टेज अप्लाई की है ये मैटर नहीं करती। तो इसलिए की होएगा कि जो करंट है इहदे विच वो सेम रहेगा, वोल्टेज से डिपेंडेंट नहीं होएगा। ठीक है। तो करंट इन द रिवर्स बायस इज़ इंडिपेंडेंट, तो एक वोल्टेज होएगी जितों तक वो इंडिपेंडेंट होएगा, उसनूं कहंदे जी क्रिटिकल वोल्टेज या उसनूं कहंदे ब्रेकडाउन वोल्टेज। मतलब जो असीं वोल्टेज इनक्रीज़ करते जावांगे तो एक वोल्टेज इहो जी आएगी एक जिस जगह ते जाके एक ब्रेकडाउन हो जाएगी। ठीक है। मतलब तुसीं इन्नी एनर्जी अप्लाई करती कि बॉन्ड्स स्ट्रैच हो गए तो अल्टीमेटली बहुत सारे बॉन्ड्स ब्रेक हो गए। ठीक है। तो लार्ज अमाउंट ऑफ करंट फ्लो करेगा ब्रेकडाउन ते जाके। ठीक है। तो उत्थे जाके की होएगा जी जिहड़ा पीएन जंक्शन है वो डिस्ट्रॉय हो जाएगा। ठीक है। काहदे करके? ड्यू टू ओवर हीटिंग करके। समझ लगी जी। तो ये चीज़ फॉरवर्ड बायस दे विच भी हो सकती है, जो करंट एक्सैसिवली इनक्रीज़ हो जाए, तुसीं ज़्यादा वोल्टेज इनक्रीज़ करते हो, करंट इन्ना फ्लो कर गया कि हीट फ्लो होगी तो डायोड डैमेज हो गया। बट रिवर्स बायस दे विच तां ध्यान रखना पैंदा ना कि ब्रेकडाउन वोल्टेज तो लैस तक असीं इसनूं ऑपरेट करना हुंदा। ब्रेकडाउन ते जाके डायोड ने पीएन जंक्शन डायोड ने नॉर्मल पीएन जंक्शन डायोड ने डैमेज हो जाना हुंदा जी। देखो ये गल्लां सानूं ज़्यादा समझ आउणगीਆਂ VI करैक्टरिस्टिक्स दे विच। हुण असीं VI करैक्टरिस्टिक्स की गल करते हैं। देखो एक अलग टॉपिक है VI करैक्टरिस्टिक्स ऑफ द डायोड। VI करैक्टरिस्टिक्स का मतलब की हुंदा है कि असीं ग्राफ प्लॉट करना है वोल्टेज ते करंट दे विच, दोनों दे विच, फॉरवर्ड बायस दे विच भी ते रिवर्स बायस दे विच भी। तो VI का मतलब है कि असीं वोल्टेज भी नोट करनी है तो करंट भी नोट करना है। ठीक है। तो देखो वोल्टेज नोट करने लई सानूं की चाहिदा है? एक वोल्टमीटर चाहिदा है, तो करंट नोट करने लई सानूं की चाहिदा है? एक एमीटर चाहिदा है। ठीक है। पहला असीं फॉरवर्ड बायस की गल करते हैं। देखो तो ये पीएन जंक्शन डायोड का सर्किट सिंबल है। इसनूं असीं जे पी नूं पॉजिटिव नाल कनैक्ट करता तो एन नूं असीं नैगेटिव नाल कनैक्ट करता। देखो एक एरो लगाया गया, मतलब वेरीएबल वोल्टेज की असीं इहदी सप्लाई चेंज कर सकते हैं। समझ लगी? पी नूं कनैक्ट कर रहे हैं पॉजिटिव नाल, एन नूं कनैक्ट कर रहे हैं नैगेटिव नाल, तो फॉरवर्ड बायस हो गया। ठीक है। तो वोल्टमीटर असीं लगा रहे हैं देखो इहदे पैरेलल दे विच ताकि असीं वोल्टेज नोट कर सकीए कितनी असीं अप्लाई की है। तो एमीटर लगा रहे हैं इहदे नाल सीरीज़ दे विच। इत्थे एक स्विच लगाया, जो स्विच क्लोज करांगे तां ही करंट फ्लो करेगा। ठीक है। तो मिली एमीटर लगा रहे हैं क्योंकि फॉरवर्ड बायस दे विच जो करंट है वो मिली एम्पीयर की रेंज का हुंदा है। ठीक है। जिन्नी असीं वोल्टेज अप्लाई करते हैं देखो 0.2 वोल्ट, 0.6 वोल्ट, 0.8 वोल्ट या 1 वोल्ट, इधर करंट नोट कर रहे हैं मिली एम्पीयर दे विच। तो पहला तो करंट फ्लो नहीं करता ਜਾਂ नगलीजिबल है, जीरो है। तो 0.6 वोल्ट से जाके लगभग करंट फ्लो करन लगता है तो फिर रैपिडली इनक्रीज़ करता है। तो ये तो हो गए जी फॉरवर्ड करैक्टरिस्टिक्स। मतलब जो असीं वोल्टेज ਵਧਾਵਾਂਗੇ तो करंट इनक्रीज़ करता। सानूं पता जो जिन्ना चिर साडी वोल्टेज जी वो बैरीयर तो घट है। ठीक है। तो जे असीं सिलिकॉन का लै रहे हैं जी डायोड, तो सिलिकॉन दे विच 0.7 वोल्ट ते जाके कंडक्ट करन लगता है। ठीक है। तो जे असीं जर्मीनियम का लै रहे हैं तो जर्मीनियम दे विच 0.2 0.3 वोल्ट ते जाके कंडक्ट करन लगता है जी। ठीक है। तो इसनूं कट इन वोल्टेज कहते हैं। इत्थे जो ग्राफ प्लॉट किया गया है वो सिलिकॉन लिए किया गया है, तो सिलिकॉन के डायोड लिए ग्राफ प्लॉट किया गया तां ही 0.7 वोल्ट ते जाके कंडक्ट करन लगता है कि उनके जिहड़े बैरीयर नूं जदों साडी वोल्टेज इनक्रीज़ हो जाती है तो फिर वो रैपिडली करंट फ्लो करता है जी। ठीक है। ये हो गया जी फॉरवर्ड VI करैक्टरिस्टिक्स। जे असीं रिवर्स VI करैक्टरिस्टिक्स की गल करते हैं, इहदे विच ही ग्राफ प्लॉट किया देखो रिवर्स का। तो P नूं कनैक्ट करना है जी नैगेटिव नाल, N नूं कनैक्ट करना है पॉजिटिव नाल। ठीक है। वोल्टमीटर असीं उस तरीके नाल लगाने हैं जी, इहदे नाल पैरेलल दे विच वोल्टमीटर लगाता। तो जिहड़ा इहदे विच एमीटर लगाना है वो माइक्रो एमीटर लगाना है क्योंकि करंट जिहड़ा फ्लो करता है ना वो बहुत स्मॉल अमाउंट दे विच फ्लो करता है। ठीक है। तो वोल्टेज जिहड़ी असीं लगाने वो देखो 20 40 60 80 वोल्ट, बहुत ज़्यादा वोल्ट लगा रहे हैं। तो करंट देखो जी बहुत स्मॉल अमाउंट ऑफ करंट है, नैगलीजिबल चेंज। ठीक है। ये जिहड़ा करंट है इनू रिवर्स सैचुरेशन करंट कहा जाता है क्योंकि सैचुरेटेड है, ये इनक्रीज़ नहीं कर रहा वोल्टेज इनक्रीज़ करने नाल। तो ये जी वोल्टेज शो की गई है जिथे जाके करंट रैपिडली इनक्रीज़ करता, देखो पैरेलल ही हो गई ऑलमोस्ट लाइन जी।
ये VBR है ब्रेक डाउन वोल्टेज, ठीक है, जिथे जाके डायोड जिहड़ा है ਉਹਦੇ ਵਿੱਚ बहुत लार्ज अमाउंट ऑफ करंट फ्लो करता है तो ਉਹਦੇ ਵਿੱਚ हीट फ्लो होंदी है तो वो डैमेज हो जाता है, ठीक है जी। ये ਜਿਹੜੇ ग्राफ है ये फॉरवर्ड करैक्टरिस्टिक्स है तो ਜਿਹੜਾ ਇਹ ग्राफ है ये रिवर्स करैक्टरिस्टिक्स है। ਜੇ ਤੁਹਾਨੂੰ पेपर ਦੇ ਵਿੱਚ फॉरवर्ड करैक्टरिस्टिक्स पूछे जान तो ਤੁਸੀਂ ਇਹ डायग्राम ड्रॉ करने हैं ਕੱਲੇ फॉरवर्ड तो इन्ना ग्राफ प्लॉट करना है। जे ਕੱਲੇ रिवर्स करैक्टरिस्टिक्स पूछे जान तो एक डायग्राम बनाने है जी, सर्किट डायग्राम के नाल एक्सप्लेन करना है। ये तो प्रैक्टिकल के सिलेबस के भी है, +2 के बहुत इंपॉर्टेंट टॉपिक है, ठीक है जी। हुण करंट क्यों फ्लो कर रहा है ये असी सारी गल जी है समझ ली है। रिवर्स दे विच करंट क्यों लो है क्योंकि बैरीयर पहले ही सीगा, असी बैरीयर को होर सपोर्ट करता तो करंट जिहड़ा वो लो है। तो जो ब्रेकडाउन होंदी है मतलब असी इन्नी वोल्टेज अप्लाई करती कि बॉन्ड्स जिहड़े वो स्ट्रैच हो गए तो इलैक्ट्रॉन तो होल्स बॉन्ड्स दे विचों बाहर आ गए तो उहदे नाल लार्ज अमाउंट ऑफ इलैक्ट्रॉन होल्स पेयर क्रिएट होए तो जिहड़ा रैपिडली लार्ज अमाउंट ऑफ करंट फ्लो होया, ठीक है। तो अज के टॉपिक च आपां की समझिया जी, देखो अजे तक कि फॉरवर्ड बायस किस तरह होंदा है। मैं फिर एक बारी तुहानूं समझावां कि जो असीं P नूं कनैक्ट करते हैं पॉजिटिव नाल ते N नूं कनैक्ट करते हैं नैगेटिव नाल, ते रिवर्स बायस कदों हुंदा जो असीं डायोड दे P नूं कनैक्ट करते हैं नैगेटिव नाल ते N नूं कनैक्ट करते हैं पॉजिटिव नाल, उल्टा मतलब रिवर्स, ठीक है। फॉरवर्ड बायस दे विच बैरीयर घटदा है, रिवर्स बायस दे विच बैरीयर वधदा है, ठीक है। फॉरवर्ड बायस दे विच जो करंट है वो मिली एंपीयर की रेंज का है, रिवर्स बायस दे विच जो करंट है माइक्रो एंपीयर की रेंज का है, ठीक है। तो फॉरवर्ड बायस दे विच डायोड पहला बहुत लो कंडक्ट करता है या नहीं करता तो उस तो बाद विच रैपिडली कंडक्ट करता है। तो रिवर्स बायस दे विच साडे वोल्टेज इनक्रीज़ करन दे नाल करंट नूं कोई फर्क नहीं पैंदा, उन्होंने रिवर्स सैचुरेशन करंट कहा जाता है। तो एक वैल्यू आती जिथे जाके डायोड जिहड़ा है वो ब्रेकडाउन वोल्टेज से जाके सडनली जी करंट की अमाउंट है इनक्रीज़ करती है विदाउट एनी चेंज इन वोल्टेज, तो उतों जाके ओवर हीटिंग करके डायोड जो है डैमेज हो जाता है। तो हुण कुछ वैल्यूज़ दसिया गई हैं जी, ये भी आपां तुहानूं दस चुके हैं पहले कि एक थ्रैशहोल्ड वैल्यू है वोल्टेज की जी मैं दस चुके हैं कि वो कट इन वोल्टेज जिसनूं कहंदे हैं जो 0.2 वोल्ट लिखी गई है, इत्थे मैं 0.3 वोल्ट तुहानूं दसी है, तो 0.7 वोल्ट आ वो सिलिकॉन के लिए। तो रिवर्स बायस दे विच जो करंट है दैट इज़ वेरी स्मॉल, दैट इज़ ऑफ माइक्रो एंपीयर ऑर्डर, ठीक है, विच रिमेन्स सेम विद द बायस कि जिन्होंने वोल्टेज नाल फर्क नहीं पैंदा, इसलिए इनू रिवर्स सैचुरेशन करंट कहा जाता है। ये भी क्वेश्चन पूछा जाता है कि वाई करंट इन रिवर्स बायस इज़ कॉल्ड रिवर्स सैचुरेशन करंट, ठीक है। तो इसका आंसर की है कि करंट रिमेन सेम विद द वोल्टेज, ठीक है। द जनरल परपज़ ऑफ द डायोड इज़ नॉट टू यूज़ इन ब्रेकडाउन रीजन कि असीं इहनूं ब्रेकडाउन रीजन दे विच ऑपरेट नहीं करना हुंदा, असीं इहनूं रिवर्स सैचुरेशन करंट रीजन दे विच ही ऑपरेट करना हुंदा है, ठीक है जी। तो इत्थे एक होर बहुत इंपॉर्टेंट चीज़ दसी गई है जी, डायनामिक रजिस्टेंस। देखो रजिस्टेंस इसका चेंज करता रहता है, इसलिए इसनूं डायनामिक रजिस्टेंस कहते हैं। डायनामिक रजिस्टेंस नूं किवें कैलकुलेट करते हैं जी, वैसे तो रजिस्टेंस हुंदा वोल्टेज अपॉन करंट, वो स्टैटिक रजिस्टेंस हुंदा है। ये डायनामिक रजिस्टेंस है चेंज इन वोल्टेज अपॉन चेंज इन करंट, ठीक है। जिवें एक ग्राफ प्लॉट किया गया, एक एग्जाम्पल दी गई है, तो इहदे विच कहंदे जी डायनामिक रजिस्टेंस कैलकुलेट करो। तो असीं की करना हुंदा है कि ग्राफ के उपर कोई भी दो पॉइंट लाओ, उन्होंने दोनों पॉइंट्स लिए वोल्टेज की चेंज देखो, जिवें कि मैं इत्थे शो कर रहा तो 0.1 वोल्ट की चेंज है जी इत्थे, तो उन्ना ही दो पॉइंट्स के लिए करंट की चेंज देखो, जिवें करंट की चेंज इत्थे 10 to 20 मिली एंपीयर है, तो 10 मिली एंपीयर करंट की चेंज है कि वोल्टेज की चेंज कितनी है, ठीक है। ये जी स्मॉल जी वोल्टेज की चेंज है ये 0.1 वोल्ट है, असीं 0.1 वोल्ट लै रहे हैं। तो करंट की जी चेंज है वो इत्थों 10 तो लैके 20 एंपीयर तक दी है, इत्थों लैके तो इत्थों तक। तो करंट की चेंज होगी जी 10 मिली एंपीयर, तो असीं इहनूं डिवाइड कर देंगे 0.1 वोल्ट नूं 10 मिली एंपीयर नाल, तो आंसर आ जाएगा जी 10 ओम। तो इस पोर्शन लिए 10 ओम का रजिस्टेंस आ रहा है, इस पोर्शन लिए रजिस्टेंस ज़्यादा होएगा क्योंकि करंट की ग्रोथ घट है। हुण इस पोर्शन लिए देखो जी असीं इत्थों लैके तो इत्थों तक इन्ने लॉन्ग पोर्शन लिए रजिस्टेंस देखिए विच इज़ ऑलमोस्ट सेम क्योंकि लाइन की स्लोप चेंज नहीं हो रही। तो वोल्टेज का चेंज कर रही है जी 0 वोल्ट टू 10 वोल्ट, तो करंट जिहड़ा है वो ऑलमोस्ट सेम है विच इज़ वेरी निगलिजिबल चेंज है, 1 माइक्रो एंपीयर की चेंज है, ठीक है, 0 तो लैके तो 1। तो 10 वोल्ट डिवाइड बाय 1 माइक्रो एंपीयर, माइक्रो का 10⁻⁻6 लगेगा, ठीक है। तो ये हो जाएगा जी 1 × 10⁻7 ओम। तो रिवर्स बायस दे विच करंट रजिस्टेंस जिहड़ा वो बहुत ज़्यादा है। तो इत्थों सानूं एक चीज़ समझण च मिलती है जी कि डायोड नूं जदों असीं फॉरवर्ड बायस दे विच ऑपरेट करते हैं तो उसका रजिस्टेंस बहुत लो है,
ਤੇ ਰਿਵਰਸ ਬਾਇਸ ਦੇ ਵਿੱਚ ਆਪਰੇਟ ਕਰਦੇ ਹਾਂ ਤਾਂ ਉਸਦਾ ਰੈਜ਼ਿਸਟੈਂਸ ਬਹੁਤ ਜ਼ਿਆਦਾ ਹਾਈ ਹੈ। ਠੀਕ ਹੈ, ਤਾਂ ਇੱਕ ਤਰੀਕੇ ਨਾਲ ਅਸੀਂ ਇਹ ਕਹਿ ਸਕਦੇ ਹਾਂ ਕਿ ਡਾਇਓਡ ਜਿਹੜਾ ਹੈ, ਜਦੋਂ ਅਸੀਂ ਨੋਰਮਲ ਵੋਲਟੇਜ 'ਤੇ ਗੱਲ ਕਰਾਂਗੇ 2 ਵੋਲਟ 4 ਵੋਲਟ 10 ਵੋਲਟ, ਕਿਉਂਕਿ ਇਹ ਲੋ ਵੋਲਟੇਜ ਡਿਵਾਈਸ ਹੁੰਦੇ ਆ। ਠੀਕ ਹੈ, ਜਦੋਂ ਅਸੀਂ ਲੋ ਵੋਲਟੇਜ ਦੀ ਗੱਲ ਕਰਾਂਗੇ ਤਾਂ ਉਦੋਂ ਡਾਇਓਡ ਰਿਵਰਸ ਬਾਇਸ ਦੇ ਵਿੱਚ ਆਲਮੋਸਟ ਕੰਡਕਟ ਨਹੀਂ ਕਰੇਗਾ। ਤਾਂ ਅਸੀਂ ਇੱਥੇ ਇੱਕ ਬਹੁਤ ਇੰਪੋਰਟੈਂਟ ਕਨਕਲੂਜਨ ਦੇ ਰਹੇ ਹਾਂ ਕਿ ਜੋ ਡਾਇਓਡ ਹੈ that has low resistance in forward bias, it is very important कि forward bias resistance of diode is very low as compared to reverse bias resistance। ठीक है, तो इस प्रॉपर्टी ਨੂੰ ਅਸੀਂ ਨੈਕਸਟ ਟੌਪਿਕ ਦੇ ਵਿੱਚ ਯੂਜ਼ ਕਰਾਂਗੇ ਜਿਸ ਨੂੰ ਕਹਿੰਦੇ ਆ ਰੈਕਟੀਫਿਕੇਸ਼ਨ ਆਫ AC ਵੋਲਟੇजेस। ਠੀਕ ਹੈ, ਤਾਂ ਇਹ ਨੈਕਸਟ ਟੌਪਿਕ ਦਾ ਕੰਮ ਹੈ ਜੀ। ਤਾਂ ਬਟ ਪ੍ਰਿੰਸੀਪਲ ਇੱਥੋਂ ਹੀ ਬਣ ਰਿਹਾ ਹੈ ਕਿ ਫਾਰਵਰਡ ਬਾਇਸ ਦੇ ਵਿੱਚ ਉਹ ਈਜ਼ੀਲੀ ਕੰਡਕਟ ਕਰਦਾ ਅਤੇ ਉਸਦਾ ਰੈਜ਼ਿਸਟੈਂਸ ਲੋ ਹੈ, ਅਤੇ ਰਿਵਰਸ ਬਾਇਸ ਦੇ ਵਿੱਚ ਉਸਦਾ ਰੈਜ਼ਿਸਟੈਂਸ ਜੋ ਹੈ ਦੈਟ ਇਜ਼ ਵੈਰੀ ਮੱਚ ਹਾਈ। ਠੀਕ ਹੈ, ਤਾਂ ਆਈ ਹੋਪ ਕਿ ਤੁਹਾਨੂੰ ਫਾਰਵਰਡ ਬਾਇਸ ਅਤੇ ਰਿਵਰਸ ਬਾਇਸ ਆਫ PN ਜੰਕਸ਼ਨ ਡਾਇਓਡ ਸਮਝ ਲੱਗ ਗਿਆ ਹੋਏਗਾ, ਅਤੇ VI ਕਰੈਕਟਰਿਸਟਿਕਸ ਆਫ ਫਾਰਵਰਡ ਬਾਇਸ ਅਤੇ ਰਿਵਰਸ ਬਾਇਸ। ਠੀਕ ਹੈ, ਸੋ ਆਲ ਦਾ ਬੈਸਟ, ਹੈਵ ਅ ਨਾਈਸ ਡੇ।